हेलो स्टूडेंट्स, दिस इज़ गुरप्रीत। वेलकम टू माय यूट्यूब चैनल डी स्टडीज़। ਅੱਜ ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਹੈ ਉਹ ਮੋਸਟ ਇੰਪੋਰਟੈਂਟ 50 ਪੋਲਿਟੀ MCQs ਦੇ ਰਿਗਾਰਡਿੰਗ ਰਹਿਣ ਵਾਲਾ ਹੈ। ਤੇ ਜੇਕਰ ਤੁਹਾਨੂੰ ਮੇਰਾ ਕੰਟੈਂਟ ਅਤੇ ਮੇਰੀ ਵੀਡੀਓਜ਼ ਚੰਗੀਆਂ ਲੱਗ ਰਹੀਆਂ ਹਨ ਤਾਂ ਮੇਰੀ ਵੀਡੀਓਜ਼ ਨੂੰ ਲਾਈਕ, ਸ਼ੇਅਰ ਤੇ ਕਮੈਂਟ ਕਰਨਾ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਤਾਂ ਇਸ ਦੇ ਨਾਲ ਹੀ ਚੱਲਦੇ ਆਪਣੀ ਵੀਡੀਓ ਦੇ ਵੱਲ। ਅੱਜ ਦਾ ਜੋ ਆਪਣਾ ਟੌਪਿਕ ਰਹਿਣ ਵਾਲਾ ਹੈ ਉਹ ਨਵੀਨਤਮ किताबां ਅਤੇ ਉਹਨਾਂ ਦੇ ਲੇਖਕਾਂ ਤੇ ਆਧਾਰਿਤ ਰਹਿਣ ਵਾਲਾ ਹੈ। ਚੱਲਦੇ ਆਪਣੇ ਅੱਜ ਦੇ ਪਹਿਲੇ ਪ੍ਰਸ਼ਨ ਵੱਲ। ਦੇਖਦੇ ਹਾਂ ਆਪਣਾ ਪਹਿਲਾ ਪ੍ਰਸ਼ਨ ਕੀ ਹੈ। ਦ ਜ਼ੋਇਆ ਫੈਕਟਰ ਡੈਸ਼ ਦੁਆਰਾ ਲਿਖਿਆ ਇੱਕ ਨਾਵਲ ਹੈ। ਦ ਜ਼ੋਇਆ ਫੈਕਟਰ ਡੈਸ਼ ਦੁਆਰਾ ਲਿਖਿਆ ਇੱਕ ਨਾਵਲ ਹੈ। ਤਾਂ ਦੇਖਦੇ ਆਪਾਂ ਅੱਜ ਦੇ ਪਹਿਲੇ ਪ੍ਰਸ਼ਨ ਦੇ ਆਪਸ਼ਨ ਨੰਬਰ 1 ਰਾਜश्री, ਆਪਸ਼ਨ ਨੰਬਰ 2 ਜ਼ੈਰੀ ਪਿੰਟੋ, ਆਪਸ਼ਨ ਨੰਬਰ 3 ਸੁਕੇਤੂ ਮਹਿਤਾ, ਆਪਸ਼ਨ ਨੰਬਰ 4 ਅਨੂਜਾ ਚੌਹਾਨ, ਆਪਸ਼ਨ ਨੰਬਰ 5 ਉੱਪਰ ਵਾਲਿਆਂ ਵਿੱਚੋਂ ਕੋਈ ਵੀ ਨਹੀਂ। ਤਾਂ ਜੋ ਆਪਣਾ ਅੱਜ ਦਾ ਪਹਿਲਾ ਪ੍ਰਸ਼ਨ ਹੈ ਉਹ ਹੈ ਦ ਜ਼ੋਇਆ ਫੈਕਟਰ ਡੈਸ਼ ਦੁਆਰਾ ਲਿਖਿਆ ਇੱਕ ਨਾਵਲ ਹੈ। ਦ ਜ਼ੋਇਆ ਫੈਕਟਰ ਇੱਕ ਨਾਵਲ ਹੈ ਤਾਂ ਇਹ ਕਿਸ ਦੁਆਰਾ ਲਿਖਿਆ ਗਿਆ ਹੈ ਇਹ ਆਪਾਂ ਦੱਸਣਾ ਪਹਿਲੇ ਪ੍ਰਸ਼ਨ ਦੇ ਵਿੱਚ। ਤਾਂ ਆਪਣਾ ਅੱਜ ਦਾ ਜੋ ਸਹੀ ਉੱਤਰ ਹੋਵੇਗਾ ਉਹ ਹੋਵੇਗਾ ਅਨੂਜਾ ਚੌਹਾਨ, ਜੋ ਕਿ ਆਪਣਾ ਆਪਸ਼ਨ ਨੰਬਰ 4 ਹੈ ਉਹ ਸਹੀ ਹੋ ਜਾਵੇਗਾ। ਦ ਜ਼ੋਇਆ ਫੈਕਟਰ ਨਾਵਲ ਹੈ ਜੋ ਅਨੂਜਾ ਚੌਹਾਨ ਨੇ ਲਿਖਿਆ ਹੈ। ਤਾਂ ਆਪਣਾ ਆਪਸ਼ਨ ਨੰਬਰ 4 ਸਹੀ ਹੋ ਜਾਵੇਗਾ। ਚੱਲਦੇ ਆਪਾਂ ਇਸ ਦੇ ਕੁਝ ਮਹੱਤਵਪੂਰਨ ਫੈਕਟ ਦੇ ਉੱਪਰ। ਇਹ ਅਨੂਜਾ ਚੌਹਾਨ ਦਾ ਪਹਿਲਾ ਨਾਵਲ ਸੀ। ਅਨੂਜਾ ਚੌਹਾਨ ਦਾ ਦ ਜ਼ੋਇਆ ਫੈਕਟਰ ਪਹਿਲਾ ਨਾਵਲ ਸੀ। 2008 ਵਿੱਚ ਪ੍ਰਕਾਸ਼ਿਤ ਹੋਇਆ ਸੀ। ਕਿਤਾਬ ਕਾਫੀ ਮਸ਼ਹੂਰ ਹੋ ਗਈ ਅਤੇ ਅਨੂਜਾ ਚੌਹਾਨ ਨੂੰ ਇੱਕ ਮਹੱਤਵਪੂਰਨ ਲੇਖਕ ਵਜੋਂ ਸਥਾਪਿਤ ਕੀਤਾ ਗਿਆ। ਕਹਾਣੀ ਜ਼ੋਇਆ ਸਿੰਘ ਸੋਲੰਕੀ ਨਾਂ ਦੀ ਔਰਤ ਦੇ ਆਲੇ ਦੁਆਲੇ ਘੁੰਮਦੀ ਹੈ ਜੋ ਭਾਰਤੀ ਕ੍ਰਿਕਟ ਟੀਮ ਲਈ ਲੱਕੀ ਚਾਰਮ ਬਣ ਜਾਂਦੀ ਹੈ। ਇਹ ਨਾਵਲ ਰੋਮਾਂਸ, ਹਾਸੇ, ਮਜ਼ਾਕ ਅਤੇ ਕ੍ਰਿਕਟ ਦੇ ਤੱਤਾਂ ਨੂੰ ਜੋੜਦਾ ਹੈ ਜੋ ਸਮਕਾਲੀ ਭਾਰਤੀ ਮਾਹੌਲ ਨੂੰ ਦਰਸਾਉਂਦਾ ਹੈ। 2019 ਵਿੱਚ ਕਿਤਾਬ ਨੂੰ ਸੋਨਮ ਕਪੂਰ ਅਤੇ ਦੁਲਕਰ ਸਲਮਾਨ ਅਭਿਨੇਤਾ ਵੱਲੋਂ ਉਸੇ ਨਾਮ ਦੀ ਇੱਕ ਬਾਲੀਵੁੱਡ ਫਿਲਮ ਵਿੱਚ ਬਦਲਿਆ ਗਿਆ ਸੀ। ਹੋਰ ਜਾਣਕਾਰੀ ਦੇਖਦੇ ਆ ਇਸ ਦੇ ਬਾਰੇ। ਕੁਝ ਹੋਰ ਮਹੱਤਵਪੂਰਨ ਕਿਤਾਬਾਂ ਨੇ ਤੇ ਉਹਨਾਂ ਦੇ ਲੇਖਕਾਂ ਦੇ ਨਾਮ ਦੱਸੇ ਗਏ ਨੇ। ਦੇਖਦੇ ਹਾਂ ਕਿ ਕਿਹੜੇ ਲੇਖਕ ਨੇ ਕਿਹੜੀ ਕਿਤਾਬ ਲਿਖੀ ਹੈ। ਰਾਜश्री ਦੀ ਕਿਤਾਬ ਹੈ ਮੇਰੇ ਤੇ ਵਿਸ਼ਵਾਸ ਕਰੋ। ਅੱਗੇ ਜ਼ੈਰੀ ਪਿੰਟੋ ਦੀ ਹੈ ਐਮ ਅਤੇ ਦੀ ਵਿਗ ਹੂਮ। ਹੈਲਨ ਐਚ ਬੰਬ ਦਾ ਜੀਵਨ ਅਤੇ ਸਮਾਂ। ਅੱਗੇ ਸੁਕੇਤੂ ਮਹਿਤਾ ਦੀ ਹੈ ਵੱਧ ਤੋਂ ਵੱਧ ਸ਼ਹਿਰ ਬੰਬਈ ਲੋਸਟ ਐਂਡ ਫਾਊਂਡ। ਇਹਨਾਂ ਦੀਆਂ ਮਹੱਤਵਪੂਰਨ ਕਿਤਾਬਾਂ ਨੇ। ਅੱਗੇ ਦੇਖਦੇ ਹਾਂ ਆਪਣਾ ਅੱਜ ਦਾ ਅਗਲਾ ਦੂਸਰਾ ਪ੍ਰਸ਼ਨ ਜੋ ਹੈ ਪ੍ਰਸਿੱਧ ਯੋਗ ਗੁਰੂ ਸਵਾਮੀ ਰਾਮਦੇਵ ਦੀ ਆਤਮ ਕਥਾ ਹੈ। ਬਾਬਾ ਰਾਮਦੇਵ ਦੀ ਆਤਮ ਕਥਾ ਹੈ ਜੋ ਉਹਨਾਂ ਨੇ ਖੁਦ ਲਿਖੀ ਹੈ, ਉਹਦੇ ਬਾਰੇ ਪੁੱਛਿਆ ਆਪਣੇ ਤੋਂ। ਤਾਂ ਆਪਣੇ ਅੱਜ ਦੇ ਆਪਸ਼ਨ ਨੇ ਆਪਸ਼ਨ ਨੰਬਰ 1 ਮੇਰੀ ਜ਼ਿੰਦਗੀ ਮੇਰਾ ਮਿਸ਼ਨ, ਆਪਸ਼ਨ ਨੰਬਰ 2 ਲਾਈਨਾਂ ਤੋਂ ਪਰੇ, ਆਪਸ਼ਨ ਨੰਬਰ 3 ਪਹਾੜ ਤੇ ਦੁਬਾਰਾ ਜਨਮ, ਆਪਸ਼ਨ ਨੰਬਰ 4 ਸਮੇਂ ਦੀ ਦੁਪਹਿਰ ਵਿੱਚ, ਆਪਸ਼ਨ ਨੰਬਰ 5 ਵਿਕਲਪਾਂ ਵਿੱਚੋਂ ਦਿੱਤੇ ਗਏ ਵਿਕਲਪਾਂ ਤੋਂ ਇਲਾਵਾ। ਵੀ ਜੋ ਆਪਾਂ ਨੂੰ ਆਪਸ਼ਨ ਦਿੱਤੇ ਗਏ ਹਨ ਇਹਨਾਂ ਤੋਂ ਬਾਹਰ ਵੀ ਹੋ ਸਕਦੇ ਨੇ। ਜੋ ਆਪਣੇ ਅੱਜ ਦਾ ਦੂਸਰੇ ਪ੍ਰਸ਼ਨ ਦਾ ਉੱਤਰ ਹੈ ਤਾਂ ਜੋ ਬਾਬਾ ਰਾਮਦੇਵ ਦੀ ਆਤਮ ਕਥਾ ਹੈ ਉਹ ਆਪਣਾ ਆਪਸ਼ਨ ਨੰਬਰ 1 ਸਹੀ ਹੋ ਜਾਵੇਗਾ। ਮੇਰੀ ਜ਼ਿੰਦਗੀ ਮੇਰਾ ਮਿਸ਼ਨ ਉਹਨਾਂ ਦੀ ਆਤਮ ਕਥਾ ਹੈ। ਚੱਲਦੇ ਹਾਂ ਇਸ ਪ੍ਰਸ਼ਨ ਦੇ ਕੁਝ ਮਹੱਤਵਪੂਰਨ ਫੈਕਟ ਦੇ ਵੱਲ ਜੋ ਹੈ ਮਾਈ ਲਾਈਫ ਮਾਈ ਮਿਸ਼ਨ ਜੋ ਗੁਰੂ ਸਵਾਮੀ ਰਾਮਦੇਵ ਦੀ ਆਤਮ ਕਥਾ ਹੈ। ਇਹ ਆਪਾਂ ਆਪਣੇ ਪ੍ਰਸ਼ਨ ਵਿੱਚ ਦੇਖ ਹੀ ਲਿਆ। ਮਾਈ ਲਾਈਫ ਮਾਈ ਮਿਸ਼ਨ ਜੋ ਗੁਰੂ ਸਵਾਮੀ ਰਾਮਦੇਵ ਦੀ ਆਤਮ ਕਥਾ ਹੈ ਜਿਸ ਨੇ ਸੀਨੀਅਰ ਪੱਤਰਕਾਰ ਉਦੇ ਮਹੂਰਕਰ ਨਾਲ ਇਹ ਕਿਤਾਬ ਲਿਖੀ ਹੈ। ਪੁਸਤਕ ਵਿੱਚ ਹਰਿਆਣਾ ਦੇ ਇੱਕ ਪਿੰਡ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਸਵਾਮੀ ਰਾਮਦੇਵ ਜੀ ਦੇ ਜੀਵਨ ਬਾਰੇ ਦੱਸਿਆ ਗਿਆ ਹੈ। ਇਹ ਕਿਤਾਬ ਪੈਂਗੁਇਨ ਰੈਂਡਮ ਹਾਊਸ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ। ਮਾਈ ਲਾਈਫ ਮਾਈ ਮਿਸ਼ਨ ਜੋ ਬਾਬਾ ਰਾਮਦੇਵ ਜੀ ਦੀ ਆਤਮ ਕਥਾ ਹੈ ਇਹ ਪੈਂਗੁਇਨ ਰੈਂਡਮ ਹਾਊਸ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ। ਹੋਰ ਦੇਖ ਲੈਂਦੇ ਹਾਂ ਇਸ ਦੇ ਬਾਰੇ ਜਾਣਕਾਰੀ।
स्वामी रामदेव एक योगा अध्यापक है। वो पतंजलि आयुर्वेद लिमिटेड के संस्थापक भी हैं। उन्होंने जन्म 25 दिसंबर 1965 ਨੂੰ ਮਹਿੰਦਰਗੜ੍ਹ हरियाणा में होया सी। उसने अपनी मुढ़ली पढ़ाई कालवा गुरुकुल विच कीती। उसने 1995 में दिव्या योग मंदिर ट्रस्ट की स्थापना की सी। बाद में 2003 में उसका योग प्रोग्राम आस्था टीवी चैनल ते प्रसारित होने लग गया। इस तो बाद अगर अगे बढ़ते अपने कुछ होर महत्वपूर्ण किताबां ते उन्हां दे लेखकां बारे। कुलदीप नैयर जो लेखक ने उन्हां दी किताब आ लाइनां तो परे। उन्हां दी एक स्वै जीवनी है, खुद द्वारा लिखी हुई एक किताब है लाइनां तो परे। अगे अरुणिमा सिन्हा पहाड़ां ते दोबारा जन्म, ये इन्हां द्वारा लिखी गई है। इस तो बाद हरिवंश राय बच्चन की समय की दोपहर विच एक स्वै जीवनी है। अगे बढ़ते अपने अगले प्रश्न के वल। प्रश्न नंबर 10, APJ अब्दुल कलाम द्वारा लिखी गई किताब है। ऑप्शन ने अपने पैक्स इंडिका। ऑप्शन नंबर 2 टर्निंग पॉइंट्स चुनौतियां राही एक यात्रा। ऑप्शन नंबर 3 बैक आउट नेशन। ऑप्शन नंबर 4 लाइनां तो परे। ऑप्शन नंबर 5 विकल्पां विचों दिते गए विकल्पां तो इलावा। तो जो APJ अब्दुल कलाम ने उन्हां दी किताब बारे दसना आपां किहड़ी है उन्हां ने किताब जो लिखी। तो जो अपना ऑप्शन नंबर 2 है वो सही हो जाएगा। APJ अब्दुल कलाम द्वारा लिखी किताब है टर्निंग पॉइंट्स चुनौतियां राही एक यात्रा। तो देखते हैं इस दे बारे कुछ होर जानकारी। ऑप्शन नंबर अपना 2 सही सीगा। टर्निंग पॉइंट्स ए जर्नी थ्रू चैलेंजेस किताब के लेखक APJ अब्दुल कलाम हैं। भारत के 11वें राष्ट्रपति होए ने। वो एक मशहूर विज्ञानी भी सी, एरोस्पेस इंजीनियर और लेखक भी सन, जिन्हों ने अपना जीवन जनतक सेवा लई समर्पित किया ते अणगिनत व्यक्तियों को प्रेरित किया। ये किताब खास तौर पर उसके निजी तजर्बियां और उसके जीवन और कैरियर को आकार देने वाले महत्वपूर्ण पलों की खोज करती है। ये लगन चुनौतियों पर काबू पाने, लीडरशिप और विकास के मौकों को गले लगाने के विषयां की पड़चोल करती है। अगे डॉक्टर APJ अब्दुल कलाम दियां कुछ होर महत्वपूर्ण किताबां बारे जानकारी लैने आपां जो हैं तरल मकैनिक्स और स्पेस तकनोलॉजी विच विकास, भारत 2020 नवे मिलेनियम लई एक विजन, अग दे खंभ एक आत्मकथा, अज्ञात दिमाग भारत के अंदर शक्ति को जारी करना, चमकदार चंगियाड़ियां, मिशन इंडिया, प्रेरणादायक विचार, अद्वितीय आत्मा, तुसी फुल्लण लई पैदा होए हो, मेरी यात्रा तो परे लवो, एक शक्तिशाली राष्ट्र की कल्पना करना, अपना भविख बनाओ स्पष्ट प्रेरणादायक। इस तो बाद चलते आपां अपने प्रश्न नंबर 4 दे वल जो है एन अनसुटेबल बॉय किताब का लेखक किहड़ी मशहूर हस्ती है। एन अनसुटेबल बॉय किताब का लेखक कौन है अपने तो पूछा गया है। ऑप्शन नंबर 1 खुशवंत सिंह। ऑप्शन नंबर 2 शाहरुख खान। ऑप्शन नंबर 3 शत्रुघ्न सिन्हा। ऑप्शन नंबर 4 करण जौहर। तो एन अनसुटेबल बॉय किताब का जो लेखक है वो है करण जौहर। ऑप्शन नंबर 4 अपना सही हो जाएगा। एन अनसुटेबल बॉय इस किताब का जो लेखक है करण जौहर है। इस दे बारे देखते हैं कुछ महत्वपूर्ण जानकारी। करण जौहर किताब एन अनसुटेबल बॉय के लेखक हैं। पुस्तक में उसके बचपन तो शुरू होकर उसके जीवन दी ਵੱਖ-ਵੱਖ घटनावां नूं उजागर किया गया है। ये किताब 9 जनवरी 2017 नूं अंग्रेजी भाषा में प्रकाशित हुई सी।
ਤਾਂ ਆਪਾਂ ਨੂੰ ਪਤਾ ਲੱਗ ਹੀ ਗਿਆ कि जो एन अनसुटेबल बॉय है किताब वो की आ करण जौहर द्वारा लिखी गई किताब है। ये 9 जनवरी 2017 ਨੂੰ अंग्रेजी भाषा ਵਿੱਚ प्रकाशित हुई सी। ਅੱਗੇ ਆਪਾਂ ਚੱਲਦੇ ਹਾਂ ਪ੍ਰਸ਼ਨ ਨੰਬਰ 5 ਦੇ ਵੱਲ। ਸਾਹਿਤਕ ਅਕਾਦਮੀ ਪੁਰਸਕਾਰ 2023 ਪ੍ਰਾਪਤ ਕਰਨ ਵਾਲੇ ਨਾਵਲ ਰਿਗਾਨ ਦਾ ਲੇਖਕ ਕੌਣ ਹੈ? ਸਾਹਿਤ ਅਕਾਦਮੀ ਪੁਰਸਕਾਰ 2023 ਪ੍ਰਾਪਤ ਕਰਨ ਵਾਲੇ ਨਾਵਲ ਰਿਗਾਨ ਦਾ ਲੇਖਕ ਕੌਣ ਹੈ? ਤਾਂ ਆਪਸ਼ਨ ਨੇ ਆਪਣੇ ਆਪਸ਼ਨ ਨੰਬਰ 1 शिवाजी सावंत, ऑप्शन नंबर 2 कृष्णा खोट, ऑप्शन नंबर 3 रणजीत देसाई, ऑप्शन नंबर 4 बिंदा करंदीकर। तो जो ਸਾਹਿਤਕ ਅਕਾਦਮੀ ਪੁਰਸਕਾਰ 2023 ਪ੍ਰਾਪਤ ਕੀਤਾ ਉਹਨਾਂ ਨੇ, ਤਾਂ ਉਸ ਰਿਗਾਨ ਕਿਤਾਬ ਦਾ ਲੇਖਕ ਕੌਣ ਹੈ ਆਪਾਂ ਦੱਸਣਾ ਗਾ। ਤਾਂ ਜੋ ਆਪਣਾ ਆਪਸ਼ਨ ਨੰਬਰ 2 ਹੈ ਉਹ ਸਹੀ ਹੋ ਜਾਵੇਗਾ, ਕ੍ਰਿਸ਼ਨ ਖੋਟ, ਜੋ ਕਿ ਇਸ ਕਿਤਾਬ ਦੇ ਲੇਖਕ ਹਨ, ਕ੍ਰਿਸ਼ਨ ਖੋਟ। ਆਪਸ਼ਨ ਨੰਬਰ 2 ਆਪਣਾ ਸਹੀ ਹੋ ਜਾਵੇਗਾ। ਚੱਲਦੇ ਹਾਂ ਇਸ ਦੇ ਬਾਰੇ ਕੁਝ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ। ਕ੍ਰਿਸ਼ਨਾ ਖੋਟ ਦੇ ਮਰਾਠੀ ਨਾਵਲ ਰਿੰਗਾਨ ਨੂੰ ਸਾਹਿਤਕ ਅਕਾਦਮੀ ਪੁਰਸਕਾਰ ਮਿਲਿਆ ਹੈ। ਇਹ ਭਾਰਤ ਦੀ ਸਰਵਉੱਚ ਸਾਹਿਤਕ ਮਾਨਤਾ ਹੈ। ਖੋਟ ਜੋ ਕਿ ਕੋਲਾਪੁਰ ਦੀ ਪੁਨਹਾਲਾ ਤਹਿਸੀਲ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਆਉਂਦਾ ਹੈ, ਉਹ ਪੇਸ਼ੇ ਤੋਂ ਅਧਿਆਪਕ ਹੈ 2005 ਤੋਂ। ਉਸਨੇ 5 ਨਾਵਲ ਲਿਖੇ ਹਨ, ਗਾਵਤਨ, ਗੋਲਦਲ, ਝੜਜਿਵੰਦ, ਧੂਲਮਤੀ ਅਤੇ ਰਿੰਗਾਨ। ਰਿੰਗਾਨ ਅੰਗਰੇਜ਼ੀ ਵਿੱਚ ਰਿੰਗ ਇੱਕ ਡੈਮ ਦੇ ਨਿਰਮਾਣ ਲਈ ਉਹਨਾਂ ਦੇ ਪਿੰਡ ਵਿੱਚ ਕੱਢੇ ਗਏ ਲੋਕਾਂ ਦੇ ਦਰਦ ਨੂੰ ਦਰਸਾਉਂਦਾ ਹੈ। ਮਹਾਰਾਸ਼ਟਰ ਦੇ ਪੱਛਮੀ ਘਾਟਾਂ ਵਿੱਚ ਵੱਡੀ ਗਿਣਤੀ ਵਿੱਚ ਡੈਮ ਬਣ ਗਏ ਅਤੇ ਲੱਖਾਂ ਲੋਕਾਂ ਨੂੰ ਬੇਦਖਲ ਕੀਤਾ ਗਿਆ। ਇਸ ਤੋਂ ਬਾਅਦ ਚੱਲਦੇ ਆ ਹੋਰ ਜਾਣਕਾਰੀ ਲਈ। ਸਾਹਿਤਕ ਅਕਾਦਮੀ ਨੇ 24 ਭਾਸ਼ਾਵਾਂ ਵਿੱਚ ਆਪਣੇ ਸਾਲਾਨਾ ਸਾਹਿਤਕ ਅਕਾਦਮੀ ਪੁਰਸਕਾਰਾਂ ਦਾ ਐਲਾਨ ਕੀਤਾ। 9 ਕਵਿਤਾਵਾਂ ਦੀਆਂ 6 ਨਾਵਲ ਦੀਆਂ, 5 ਛੋਟੀਆਂ ਕਹਾਣੀਆਂ ਦੀਆਂ, 3 ਨਿਬੰਧਾਂ ਅਤੇ 1 ਸਾਹਿਤਕ ਅਧਿਐਨ ਨੇ ਸਾਹਿਤ ਅਕਾਦਮੀ ਪੁਰਸਕਾਰ 2023 ਜਿੱਤੇ ਹਨ। ਪੁਰਸਕਾਰਾਂ ਦੀ ਸਿਫਾਰਿਸ਼ 24 ਭਾਰਤੀ ਭਾਸ਼ਾਵਾਂ ਵਿੱਚੋਂ ਵਿਸ਼ੇਸ਼ ਜਿਊਰੀ ਮੈਂਬਰਾਂ ਦੁਆਰਾ ਕੀਤੀ ਜਾਂਦੀ ਹੈ। ਇਹਨਾਂ ਸਿਫਾਰਿਸ਼ਾਂ ਨੂੰ ਸਾਹਿਤਕ ਅਕਾਦਮੀ ਦੇ ਕਾਰਜਕਾਰੀ ਬੋਰਡ ਨੇ ਪ੍ਰਵਾਨਗੀ ਦਿੱਤੀ ਸੀ। ਮੀਟਿੰਗ ਦੀ ਪ੍ਰਧਾਨਗੀ ਸਾਹਿਤਕ ਅਕਾਦਮੀ ਦੇ ਪ੍ਰਧਾਨ ਸ੍ਰੀ ਮਾਧਵ ਕੌਸ਼ਿਕ ਨੇ ਕੀਤੀ ਸੀ। ਰਿੰਗਾਨ ਲਈ ਸਾਹਿਤਕ ਅਕਾਦਮੀ 12 ਮਾਰਚ 2024 ਨੂੰ ਨਵੀਂ ਦਿੱਲੀ ਵਿੱਚ ਪ੍ਰਦਾਨ ਕੀਤਾ ਜਾਵੇਗਾ। ਅੱਗੇ ਚੱਲਦੇ ਆਪਣੇ ਪ੍ਰਸ਼ਨ ਨੰਬਰ 6 ਦੇ ਵੱਲ। ਵਿਸ਼ਵ ਪ੍ਰਸਿੱਧ ਹੈਰੀ ਪੋਟਰ ਲੜੀ ਦਾ ਲੇਖਕ ਕੌਣ ਹੈ? ਤਾਂ ਆਪਣੇ ਆਪਸ਼ਨ ਨੇ ਆਪਸ਼ਨ ਨੰਬਰ 1 ਅਰੁੰਧਤੀ ਰਾਏ, ਆਪਸ਼ਨ ਨੰਬਰ 2 JK ਰੋਲਿੰਗ, ਆਪਸ਼ਨ ਨੰਬਰ 3 ਤਸਲੀਮਾ ਨਸਰੀਨ, ਆਪਸ਼ਨ ਨੰਬਰ 4 ਸਲਮਾਨ ਰਸ਼ਦੀ। ਤਾਂ ਜੋ ਕਿ ਵਿਸ਼ਵ ਪ੍ਰਸਿੱਧ ਹੈਰੀ ਪੋਟਰ ਹੈ ਉਸਦਾ ਲੜੀ ਹੈ, ਉਸਦਾ ਲੇਖਕ ਪੁੱਛਿਆ ਆਪਣੇ ਤੋਂ। ਤਾਂ ਜੋ ਆਪਣਾ ਆਪਸ਼ਨ ਨੰਬਰ 2 ਹੈ JK ਰੋਲਿੰਗ, ਉਹ ਸਹੀ ਹੋ ਜਾਵੇਗਾ, JK ਰੋਲਿੰਗ, ਆਪਸ਼ਨ ਨੰਬਰ 2। ਹੋਰ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਨ ਲਈ ਚੱਲਦੇ ਹਾਂ ਅੱਗੇ। 1990 ਵਿੱਚ ਮੈਨਚੈਸਟਰ ਤੋਂ ਲੰਡਨ ਕਿੰਗਸ ਕ੍ਰਾਸ ਜਾਣ ਵਾਲੀ ਰੇਲ ਗੱਡੀ ਵਿੱਚ ਦੇਰੀ ਦੌਰਾਨ JK ਰੋਲਿੰਗ ਨੇ ਹੈਰੀ ਪੋਟਰ ਲਈ ਸਭ ਤੋਂ ਪਹਿਲਾ ਵਿਚਾਰ ਆਇਆ ਸੀ। ਅਗਲੇ 5 ਸਾਲਾਂ ਵਿੱਚ ਉਸਨੇ ਲੜੀ ਦੀਆਂ 7 ਕਿਤਾਬਾਂ ਦੀਆਂ ਯੋਜਨਾਵਾਂ ਬਣਾਉਣੀ ਸ਼ੁਰੂ ਕਰ ਦਿੱਤੀ। ਅੱਗੇ ਕਿਤਾਬਾਂ ਨੇ ਤੇ ਉਹਨਾਂ ਦੇ ਲੇਖਕ ਨੇ। ਅਰੁੰਧਤੀ ਰਾਏ ਦੀ ਜੋ ਕਿਤਾਬ ਹੈ ਛੋਟੀਆਂ ਚੀਜ਼ਾਂ ਦਾ ਰੱਬ, ਤੇ ਇੱਕ ਹੋਰ ਹੈ ਕਸ਼ਮੀਰ ਆਜ਼ਾਦੀ ਦਾ ਕੇਸ, ਅਤਿਅੰਤ ਖੁਸ਼ੀ ਦਾ ਮੰਤਰਾਲਾ, ਇਹ ਵੀ ਅਰੁੰਧਤੀ ਰਾਏ ਦੀ ਹੈ। ਅੱਗੇ ਤਸਲੀਮਾ ਨਸਰੀਨ ਦੀ ਲੱਜਾ, ਮੇਰੀ ਬਚਪਨ, 3 ਤਲਾਕ ਵਿਸ਼ਵਾਸ ਦੀ ਜਾਂਚ ਕਰਨਾ, 3 ਤਲਾਕ ਵਿਸ਼ਵਾਸ ਦੀ ਜਾਂਚ ਕਰਨਾ, ਇਹ ਸਲਮਾਨ ਖੁਰਸ਼ੀਦ ਦੀ ਹੈ। ਤੇ ਅੱਗੇ ਸ਼ਰਮ ਵੀ ਸਲਮਾਨ ਰਸ਼ਦੀ ਦੀ ਹੈ। ਅੱਗੇ ਗੋਲਡਨ ਹਾਊਸ, ਇਹ ਵੀ ਸਲਮਾਨ ਰਸ਼ਦੀ ਦੀ ਹੈ। ਅੱਗੇ 281 ਅਤੇ ਪਰੇ, ਇਹ BVS ਲਕਸ਼ਮਣ ਦੀ ਕਿਤਾਬ ਹੈ। ਸਿਟੀਜ਼ਨ ਦਿੱਲੀ, ਮਾਈ ਟਾਈਮਜ਼ ਮਾਈ ਲਾਈਫ, ਇਹ ਸ਼ੀਲਾ ਦੀਕਸ਼ਿਤ ਦੀ
लिखी हुई किताब है। अगे चलते हैं प्रश्न नंबर 7 दे वल, जो है हेठां दिते क्रिकेटरां विचों किसने स्ट्रेट फ्रॉम द हार्ट एंड आटोबायोग्राफी किताब लिखी है। स्ट्रेट फ्रॉम द हार्ट एंड आटोबायोग्राफी किताब किसने लिखी है। तो ऑप्शन ने अपने ऑप्शन नंबर 1 सुनील गावस्कर, ऑप्शन नंबर 2 सौरभ गांगुली, ऑप्शन नंबर 3 सचिन तेंदुलकर, ऑप्शन नंबर 4 कपिल देव। तो जो स्ट्रेट फ्रॉम द हार्ट एंड आटोबायोग्राफी किताब है, ये किसने लिखी है। ये लिखी है ऑप्शन नंबर 4 कपिल देव जी ने। जो महान क्रिकेटर होए ने कपिल देव, उन्होंने एक किताब लिखी है। अगे चलते हैं इसकी होर जानकारी प्राप्त करने लई। कपिल देव एक साबका भारतीय क्रिकेटर है। उपनाम उस हरियाणा हरीकेन है। भारतीय क्रिकेट के महान अलराउंडर विचों एक, उसने 1983 क्रिकेट विश्व कप जितने वाली भारतीय क्रिकेट टीम की अगवाई की सी। 201 के नाम अंतरराष्ट्रीय विकेटा लैण वाला पहला खिडारी सीगा। एक दिन में उसने 200 अंतरराष्ट्रीय विकेटा लईआं सी। वो 2008 में लैफ्टिनेंट कर्नल वजों भारतीय खेतरी फौज में शामिल होया सी। उसके जो महान काम ने, रब दे हुक्म द्वारा क्रिकेट माई स्टाइल, सीधे दिल तो असी सिख। अगे कुछ खिडारी ने तो उन्हों दी आत्म कथावां हैं, जिमें कि सुनील गावस्कर ने सनी डेज एक स्वै जीवनी, सौरभ गांगुली सदी काफ़ी नहीं है, सचिन तेंदुलकर ये मेरे तरीके नाल खेड रहा है। ये इन्हां दियां आत्म कथावां हैं। अगे प्रश्न नंबर 8 आ गया अपना, डिस्कवरी ऑफ इंडिया किसने लिखी। डिस्कवरी ऑफ इंडिया किसने लिखी। ऑप्शन ने अपने ऑप्शन नंबर 1 महात्मा गांधी, ऑप्शन नंबर 2 सरदार वल्लभ भाई पटेल, ऑप्शन नंबर 3 इंदिरा गांधी, ऑप्शन नंबर 4 जवाहर लाल नेहरू। तो जो अपना ऑप्शन नंबर 4 है जवाहर लाल नेहरू, डिस्कवरी ऑफ इंडिया इन्हां दी लिखी हुई किताब है। ऑप्शन नंबर 4 जवाहर लाल नेहरू अपना करैक्ट आंसर हो जाएगा। अगे देखते हैं इस दे बारे कुछ होर जानकारी। डिस्कवरी ऑफ इंडिया जवाहर लाल नेहरू द्वारा लिखी गई सीगी। अगे कुछ महत्वपूर्ण लेखक तो उन्होंने दी किताबां बारे पढ़ते हैं आपां। महात्मा गांधी द्वारा लिखी हुई किताब है जो वो है सच दे नाल मेरे प्रजोग, हिंद स्वराज सहत दी कुंजी। अगे जवाहर लाल नेहरू द्वारा लिखी भारत की खोज, विश्व इतिहास की झलक। अगे सरोजनी नायडू सुनहरी थ्रैशोल्ड, ब्रोकन विंग, जीवन के गीत, मौत अते बसंत, समय के पंछी, जीवन के गीत, दागदार बंसरी, भारत के गीत, सवेर का खंभ। होर देखते हैं अगे, दादा भाई नरौजी की लिखी हुई जो किताब है वो हैगी आ भारत विच गरीबी अते गैर ब्रिटिश राज। भारत विच गरीबी अते गैर ब्रिटिश राज। बाल गंगाधर तिलक, गीता रहसिया, वेदां विच आर्कटिक होम। अगे वी.डी. सावरकर की लिखी हुई है 1857 की भारतीय आज़ादी की जंग। अगे लाला लाजपत राय द्वारा लिखी है नाखुश भारत। नाखुश भारत। प्रश्न नंबर 9, केरला गॉड्स ऑन कंट्री किताब का लेखक कौन है। ऑप्शन नंबर 1 शशि थरूर, ऑप्शन नंबर 2 जीत थायल, ऑप्शन नंबर 3 सुधा मूर्ति, ऑप्शन नंबर 4 ठिकाजी शिवा शंकर पिल्ले। तो जो अपने केरला गॉड्स ऑन कंट्री किताब का लेखक है वो है ऑप्शन नंबर 1 शशि थरूर। तो ऑप्शन नंबर 1 जो अपना सही हो जाएगा। चलते हैं इसके कुछ महत्वपूर्ण जानकारी बारे जानने वास्ते। 2009 तो केरला के संसद मैंबर शशि थरूर ने केरल गॉड्स ऑन कंट्री नाम की किताब लिखी है। ये किताब M.F. हुसैन के दृष्टांत पर आधारित है। शशि थरूर नूं उन्हां दी किताब एन एरा ऑफ डार्कनैस लई 2019 में साहित्य अकादमी पुरस्कार मिलिया सी। शशि थरूर दीयां किताबां हन
बगदाद भारत एक बुक रहत, अद्धी रात तो मिलेनियम तक, शानदार साम्राज्य, नेहरू भारत की खोज का विरोधात्मक प्रधानमंत्री, मैं हिंदू क्यों हाँ। अगे कुछ होर महत्वपूर्ण लेखक ते उन्हां दी किताबां हन। जीत थायल औरत दे औरतां दे नाम, नारकोपोलिस, चॉकलेट, संता दी किताब, संग्रहित कवितावां, शुदा मूर्ति, सप दा बदला, सुनहरी खंभा वाला पंछी, बुद्धिमान अते होर, ताश दा घर, ठकाजी शिवा शंकर पिल्लई दी कयार, शमीन, रंडी दगाजी। ये इन्हां दियां महत्वपूर्ण कवितावां किताबां हन। अगे चलते हैं प्रश्न नंबर 10 के वल। ओलिवर ट्विस्ट नाम की किताब का लेखक कौन है? तो ऑप्शन ने अपने ऑप्शन नंबर 1 बेनज़ीर हबीब, ऑप्शन नंबर 2 चार्ल्स डिकन्स, ऑप्शन नंबर 3 पॉल कैनेडी, ऑप्शन नंबर 4 एरिक सेगल। तो जो कि अपने ओलिवर ट्विस्ट नाम की किताब के लेखक ने वो ने ऑप्शन नंबर 2 चार्ल्स डिकन्स। चार्ल्स डिकन्स अपना ऑप्शन नंबर 2 सही हो जाएगा। इस दे बारे देखते हैं होर जानकारी। चार्ल्स डिकन्स ओलिवर ट्विस्ट किताब का लेखक है ते होर महत्वपूर्ण लेखक ते उन्हां दी किताबां बारे जिमें कि पॉल कैनेडी जित दे इंजीनियर, इन्हां दी किताब है एरिक सेगल विश्वास दे काम। ये इन्हां दियां महत्वपूर्ण किताबां हन। अगे प्रश्न नंबर 11 निम्नलिखित विचों अनकस्टमर्ड अर्थ किताब का लेखक कौन है? अनकस्टमर्ड अर्थ किताब का लेखक ऑप्शन नंबर 1 शोभा डी, ऑप्शन नंबर 2 अरुंधति राय, ऑप्शन नंबर 3 अनीता नायर, ऑप्शन नंबर 4 चंपा लहरी। तो अनकस्टमर्ड अर्थ किताब के लेखक ने जो ऑप्शन नंबर 4 सही हो जाएगा चंपा लहरी, जो अनकस्टमर्ड अर्थ किताब के लेखक ने। अगे इसके होर कुछ महत्वपूर्ण नुकते देख लैने आगे। पुस्तक अनकस्टमर्ड अर्थ छोटियां कहानियां का संग्रह है। किताब बंगाली अमरीकी पात्रां के जीवन नाल संबंधित है। अगे देखते हैं महत्वपूर्ण लेखक ते उन्हां दीयां किताबां जिमें कि अरुंधति राय दियां हन छोटियां चीज़ां दा रब, अत्यंत खुशी का मंत्राला, चंपा लहरी दी मैलाडीज़ का अनुवादक, लोलैंड, शशि थरूर हनेरे का युग, भारत विच ब्रिटिश साम्राज, पैक्स इंडिया, भारत अते 21वीं सदी का विश्व चेतन भगत, 5 पॉइंट कोई दो स्टेटस, क्रांति 2020, प्यार, भ्रिष्टाचार, अभिलाषा, हाफ गर्लफ्रेंड। ये इन्हां दियां महत्वपूर्ण मशहूर किताबां हन। अगे देखते हैं प्रश्न नंबर 12 द सूटेबल बॉय नावल किसने लिखा? ऑप्शन ने अपने ऑप्शन नंबर 1 शशि थरूर, ऑप्शन नंबर 2 विक्रम चंद्र, ऑप्शन नंबर 3 अमिताभ घोष, ऑप्शन नंबर 4 विक्रम सेठ। ए सूटेबल बॉय ये नावल है, ये किसने लिखा है? ऑप्शन नंबर 4 अपना सही हो जाएगा विक्रम सेठ। विक्रम सेठ। अगे इस दे बारे देखते हैं महत्वपूर्ण पॉइंट। विक्रम सेठ ने ए सूटेबल बॉय नावल लिखा है। ये नावल 1993 में प्रकाशित होया सी। इस किताब को पूरा करने 25 साल लगे सन। गोल्डन गेट अते अनइक्वल म्यूजिक उसदियां कुछ महत्वपूर्ण रचनावां हन। पैक्स इंडिया, मैं हिंदू क्यों हाँ, एन एरा ऑफ डार्कनैस, शशि थरूर दियां कुछ महत्वपूर्ण रचनावां हन। सैडो लाइना, ग्लास पैलेस, पॉपीज दा समुंदर, गन आइलैंड, अमिताभ घोष दियां कुछ महत्वपूर्ण रचनावां हन। सैक्रेड गेम्स अते रैड अर्थ अते पोरिंग रेन, विक्रम चंद्र दियां कुछ महत्वपूर्ण रचनावां हन। अगे प्रश्न नंबर 13 हेठ लिखियां विचों किहड़ी किताब शशि थरूर द्वारा नहीं लिखी गई है? तो आपां जो शशि थरूर की किताब नहीं है उस बारे दसना गा, सही उत्तर उस बारे दसना आपां। ऑप्शन ने ऑप्शन नंबर 1 मैं हिंदू क्यों हाँ, ऑप्शन नंबर 2 हिंदू स्वराज, ऑप्शन नंबर 3 विरोधाभासी प्रधानमंत्री, ऑप्शन नंबर 4 हनेरे का युग, भारत विच ब्रिटिश साम्राज। तो जो अपना ऑप्शन नंबर 2 हिंद स्वराज ये किया शशि थरूर द्वारा नहीं लिखी गई है, तो ऑप्शन नंबर 2 अपना बिल्कुल सही हो जाएगा।
ਅੱਗੇ ਦੇਖਦੇ ਹਾਂ ਇਸ ਦੇ ਕੁਝ ਪੁਆਇੰਟ। ਸ਼ਸ਼ੀ ਥਰੂਰ, ਉਹ ਕੇਰਲ ਤੇ ਤਿਰੂਵਨੰਤਪੁਰਮ ਦੇ ਲੋਕ ਸਭਾ ਦਾ ਮੈਂਬਰ ਹੈ। ਉਹ ਸੰਯੁਕਤ ਰਾਸ਼ਟਰ ਸੰਚਾਰ ਅਤੇ ਜਨਤਕ ਸੂਚਨਾ ਲਈ ਸਾਬਕਾ ਅੰਡਰ ਸੈਕਟਰੀ ਜਨਰਲ ਹੈ। ਉਸ ਦੀਆਂ ਜੋ ਮਸ਼ਹੂਰ ਕਿਤਾਬਾਂ ਹਨ, ਬਗਦਾਦ ਵਿੱਚ ਬੁੱਕ ਰਹਿਤ, ਭਾਰਤ ਅੱਧੀ ਰਾਤ ਤੋਂ ਮਿਲੇਨੀਅਮ ਤੱਕ, ਸ਼ਾਨਦਾਰ ਸਾਮਰਾਜ, ਵਿਰੋਧਾਭਾਸੀ ਪ੍ਰਧਾਨ ਮੰਤਰੀ, ਮੈਂ ਹਿੰਦੂ ਕਿਉਂ ਹਾਂ, ਨਹਿਰੂ, ਭਾਰਤ ਦੀ ਕਾਢ। ਅੱਗੇ ਕੁਛ ਮਹੱਤਵਪੂਰਨ ਲੇਖਕ ਤੇ ਉਹਨਾਂ ਦੀਆਂ ਕਿਤਾਬਾਂ। ਮਹਾਤਮਾ ਗਾਂਧੀ, ਜਿਵੇਂ ਕਿ ਸੱਚ ਦੇ ਨਾਲ ਮੇਰੇ ਪ੍ਰਯੋਗਾਂ ਦੀ ਕਹਾਣੀ, ਹਿੰਦੂ ਸਵਰਾਜ, ਦੱਖਣੀ ਅਫਰੀਕਾ ਵਿੱਚ ਸੱਤਿਆਗ੍ਰਹਿ। ਇਹ ਮਹਾਤਮਾ ਗਾਂਧੀ ਦੁਆਰਾ ਲਿਖੀਆਂ ਕਿਤਾਬਾਂ ਹਨ। ਜਿਵੇਂ ਅੱਗੇ ਆ ਗਿਆ APJ ਅਬਦੁਲ ਕਲਾਮ, ਭਾਰਤ 2020, ਅਗਿਆਤਮਨ, ਟਰਨਿੰਗ ਪੁਆਇੰਟਸ, ਪ੍ਰੇਰਨਾਦਾਇਕ ਵਿਚਾਰ। ਇਹ APJ ਅਬਦੁਲ ਕਲਾਮ ਦੀਆਂ ਮਹੱਤਵਪੂਰਨ ਕਿਤਾਬਾਂ ਹਨ। ਅੱਗੇ ਚੇਤਨ ਭਗਤ, 5 ਪੁਆਇੰਟ, ਕੋਈ, 2 ਰਾਜ, 1 ਰਾਤ ਐਂਡ ਕਾਲ ਸੈਂਟਰ। ਇਹ ਚੇਤਨ ਭਗਤ ਦੀਆਂ ਮਹੱਤਵਪੂਰਨ ਮਸ਼ਹੂਰ ਕਿਤਾਬਾਂ ਹਨ। ਅੱਗੇ ਪ੍ਰਸ਼ਨ ਨੰਬਰ 14, ਨਿਮਨਲਿਖਤ ਵਿਗਿਆਪਨ ਗਲਪ ਪ੍ਰਸਿੱਧ ਵਿਗਿਆਨ ਲੇਖਕਾਂ ਵਿੱਚੋਂ ਕਿਸ ਨੇ 2001 ਸਪੇਸ ਓਡੀਸੀ ਲਿਖਿਆ ਅਤੇ ਭੌਤਿਕ ਖੋਜ ਪ੍ਰਯੋਗਸ਼ਾਲਾ ਅਹਿਮਦਾਬਾਦ ਵਿੱਚ ਪ੍ਰੋਫੈਸਰ ਦਾ ਅਹੁਦਾ ਸੰਭਾਲਿਆ? ਤਾਂ ਆਪਣੇ ਆਪਸ਼ਨ ਨੇ, ਆਪਸ਼ਨ ਨੰਬਰ 1 ਇਸਹਾਕ ਅਸੀਮੋਵ, ਆਪਸ਼ਨ ਨੰਬਰ 2 ਆਰਥਰ ਸੀ ਕਲਾਰਕ, ਆਪਸ਼ਨ ਨੰਬਰ 3 ਜੂਲਸ ਵਰਨ, ਆਪਸ਼ਨ ਨੰਬਰ 4 HG ਵੈਲਜ਼। ਤਾਂ ਜੋ ਇਸ ਆਪਣੇ ਸਵਾਲ ਦਾ ਉੱਤਰ ਹੈ ਆਪਸ਼ਨ ਨੰਬਰ 2 ਆਰਥਰ ਸੀ ਕਲਾਰਕ, ਇਹ ਸਹੀ ਹੋ ਜਾਵੇਗਾ, ਆਰਥਰ ਸੀ ਕਲਾਰਕ। ਅੱਗੇ ਦੇਖਦੇ ਹਾਂ ਇਸ ਦੇ ਕੁਝ ਇੰਪੋਰਟੈਂਟ ਪੁਆਇੰਟਸ। ਆਰਥਰ ਚਾਰਲਸ ਕਲਾਰਕ ਇੱਕ ਲੇਖਕ ਅਤੇ ਖੋਜੀ ਸੀ ਜੋ ਆਪਣੇ ਵਿਗਿਆਨਕ ਗਲਪ ਨਾਵਲ 2001 ਸਪੇਸ ਓਡੀਸੀ ਲਈ ਸਭ ਤੋਂ ਮਸ਼ਹੂਰ ਸੀ। ਉਸ ਦਾ ਕੰਮ ਵਿਗਿਆਨਕ ਖੋਜ ਤੋਂ ਲੈ ਕੇ ਵਿਗਿਆਨਕ ਕਲਪਨਾ ਤੱਕ, ਤਕਨੀਕੀ ਐਪਲੀਕੇਸ਼ਨ ਤੇ ਮਨੋਰੰਜਨ ਤੱਕ ਸੀ। ਆਰਥਰ ਸੀ ਕਲਾਰਕ ਇੱਕ ਮਸ਼ਹੂਰ ਵਿਗਿਆਨਕ ਗਲਪ ਲੇਖਕ ਅਹਿਮਦਾਬਾਦ ਵਿੱਚ ਭੌਤਿਕ ਖੋਜ ਪ੍ਰਯੋਗਸ਼ਾਲਾ ਵਿੱਚ ਇੱਕ ਪ੍ਰੋਫੈਸਰ ਦੇ ਅਹੁਦੇ 'ਤੇ ਸੀ। ਸਾਲ 1939 ਵਿੱਚ ਦੂਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਤੋਂ ਬਾਅਦ ਉਹ ਰਾਇਲ ਏਅਰ ਫੋਰਸ ਵਿੱਚ ਇੱਕ ਰਾਡਾਰ ਇੰਸਟ੍ਰਕਟਰ ਵੀ ਸੀ। ਅੱਗੇ ਚੱਲਦੇ ਹਾਂ ਇਸਹਾਕ ਅਸੀਮੋਵ ਦੀ। ਆਈਜ਼ੈਕ ਅਸੀਮੋਵ ਇੱਕ ਅਮਰੀਕੀ ਲੇਖਕ ਅਤੇ ਬੋਸਟਨ ਯੂਨੀਵਰਸਿਟੀ ਵਿੱਚ ਬਾਇਓਕੈਮਿਸਟਰੀ ਦਾ ਪ੍ਰੋਫੈਸਰ ਸੀ। ਇੱਕ ਉੱਤਮ ਲੇਖਕ ਜੋ ਫਾਊਂਡੇਸ਼ਨ ਲੜੀ ਅਤੇ ਰੋਬੋਟ ਕਹਾਣੀਆਂ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਸੀ। ਅੱਗੇ ਜੂਲਸ ਵਰਨ ਇੱਕ ਫਰਾਂਸੀਸੀ ਨਾਵਲਕਾਰ, ਕਵੀ ਅਤੇ ਨਾਟਕਕਾਰ ਸੀ। ਜਰਨੀ ਟੂ ਦ ਸੈਂਟਰ ਆਫ ਦ ਅਰਥ 1864, ਫਰੋਮ ਦ ਅਰਥ ਟੂ ਦ ਮੂਨ 1865 ਤੇ 20,000 ਲੀਗਸ ਅੰਡਰ ਦ ਸੀ 1869 ਤੋਂ 70 ਵਰਗੇ ਉਸਦੇ ਮੋਹਰੀ ਵਿਗਿਆਨਕ ਕਥਾ ਨਾਵਲਾਂ ਲਈ ਮਸ਼ਹੂਰ ਸੀ। HG ਵੈਲਜ਼ ਇੱਕ ਅੰਗਰੇਜ਼ੀ ਨਾਵਲਕਾਰ, ਪੱਤਰਕਾਰ, ਸਮਾਜ ਸ਼ਾਸਤਰੀ ਅਤੇ ਇਤਿਹਾਸਕਾਰ ਸੀ। ਦ ਟਾਈਮ ਮਸ਼ੀਨ ਅਤੇ ਦ ਵਾਰ ਆਫ ਦ ਵਰਡਸ ਅਤੇ ਟੋਨੋ ਬੰਗੇ ਵਰਗੇ ਕਾਮਿਕ ਨਾਵਲਾਂ ਵਰਗੇ ਵਿਗਿਆਨਕ ਕਲਪਨਾ ਨਾਵਲਾਂ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ। ਅੱਗੇ ਵਧਦੇ ਹਾਂ ਪ੍ਰਸ਼ਨ ਨੰਬਰ 15 ਵੱਲ, ਜੋ ਕਿ ਹੈ ਕਿਤਾਬ ਨਿਰਜਾ ਡੈਸ਼ ਦੁਆਰਾ ਲਿਖੀ ਗਈ ਹੈ। ਤਾਂ ਆਪਸ਼ਨ ਨੇ ਆਪਣੇ ਆਪਸ਼ਨ ਨੰਬਰ 1 ਮਹਾਦੇਵੀ ਵਰਮਾ, ਆਪਸ਼ਨ ਨੰਬਰ 2 ਪ੍ਰੇਮ ਚੰਦ, ਆਪਸ਼ਨ ਨੰਬਰ 3 ਜੈ ਸ਼ੰਕਰ ਪ੍ਰਸਾਦ, ਆਪਸ਼ਨ ਨੰਬਰ 4 ਸੂਰਿਆਕਾਂਤ ਤ੍ਰਿਪਾਠੀ। ਤਾਂ ਜੋ ਨਿਰਜਾ ਕਿਤਾਬ ਹੈ ਇਹ ਮਹਾਦੇਵੀ ਦੁਆਰਾ ਲਿਖੀ ਗਈ ਹੈ। ਆਪਸ਼ਨ ਨੰਬਰ 1 ਆਪਣਾ ਸਹੀ ਹੋ ਜਾਵੇਗਾ। ਅੱਗੇ ਦੇਖਦੇ ਆਂਗੇ ਇਸ ਦੇ ਬਾਰੇ ਕੁਝ ਇੰਪੋਰਟੈਂਟ ਜਾਣਕਾਰੀ। ਮਹਾਦੇਵੀ ਦੀਆਂ ਕੁਝ ਮਸ਼ਹੂਰ ਕਿਤਾਬਾਂ ਹਨ, ਜਿਵੇਂ ਕਿ ਮਾਰਗ ਕੇ ਸਾਥੀ, ਅਤੀਤ ਕੇ ਚਲਚਿੱਤਰਾ, ਅਗਨੀ ਰੇਖਾ, ਗਿੱਲੂ, ਆਤਮਿਕਾ, ਸੰਧਿਨੀ। ਇਹ ਮਹਾਦੇਵੀ ਵਰਮਾ ਦੀਆਂ ਮਸ਼ਹੂਰ ਕਿਤਾਬਾਂ ਨੇ। ਮਹਾਦੇਵੀ ਵਰਮਾ ਜੋ ਕਿ ਹਿੰਦੀ ਇਤਿਹਾਸ ਜਗਤ ਦੀ ਇੱਕ ਮਸ਼ਹੂਰ ਕਵਿੱਤਰੀ ਹੋਈ ਹੈਗੀ। ਤਾਂ ਇਸ ਦੇ ਨਾਲ ਹੀ ਆਪਣਾ ਅੱਜ ਦਾ ਵੀਡੀਓ ਇੱਥੇ ਹੀ ਸਮਾਪਤ ਹੁੰਦਾ ਹੈ। ਅਗਰ ਤੁਹਾਨੂੰ ਮੇਰਾ ਵੀਡੀਓ ਅੱਛਾ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਕਰਨਾ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਇਸ ਦੇ ਨਾਲ ਹੀ ਸਟੇ ਬਲੈਸਡ, ਕੀਪ ਸਮਾਈਲਿੰਗ ਐਂਡ ਕੀਪ ਗਰੋਇੰਗ। ਥੈਂਕ ਯੂ।